छत्रधारी छत्रीपत शैल रूप सिद्धनाथ। छत्रधारी छत्रीपत शैल रूप सिद्धनाथ। छत्रधारी शौनिकार छाया पर छत्रीपत गाइए। 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 राजन के राजा महाराजन के महाराजा। राजन के राजा महाराजन के महाराजा। ऐसो राज सोने और दूजा कौन चाहिए। छत्रधारी छत्रीपत शैल रूप सिद्धनाथ। छत्रधारी छत्रीपत शैल रूप सिद्धनाथ। छत्रधारी शौनिकार छाया पर छत्रीपत गाइए। शौनिकार छाया पर छत्रीपत गाइए। शौनिकार छाया पर छत्रीपत गाइए। छाया पर छत्रीपत गाइए। राजन के राजा महाराजन के महाराजा। राजन के राजा महाराजन के महाराजा। ऐसो राज सोने और दूजा कौन चाहिए। ऐसो राज सोने और दूजा कौन चाहिए। राजन के राजा विश्वनाथ विश्वंबर वेदनाथ बालाकर। विश्वंबर वेदनाथ बालाकर। विश्वनाथ विश्वंबर वेदनाथ बालाकर। विश्वनाथ विश्वंबर वेदनाथ बालाकर। बाजीगर बाणधारी बंधन बताइए। 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 राजन के राजा महाराजन के महाराजा। राजन के राजा महाराजन के महाराजा। ऐसो राज छोड़े और दूजा कौन चाहिए। ऐसो राज छोड़े और दूजा कौन चाहिए। राजन के राजा विद्याधर
ध्यान हो न पाइए, ध्यान को लगावे नेक ध्यान हो न पाइए, ध्यान को लगावे नेक ध्यान हो न पाइए, ध्यान को लगावे नेक ध्यान हो न पाइए। राजन के राजा महाराजन के महाराजा, राजन के राजा महाराजन के महाराजा, ऐसो राज छोड़िया दूजा कौन चाहिए, ऐसो राज छोड़िया दूजा कौन चाहिए। राजन के राजा महाराजन के महाराजा, राजन के राजा महाराजन के महाराजा, ऐसो राज छोड़िया दूजा कौन चाहिए, ऐसो राज छोड़िया दूजा कौन चाहिए, ऐसो राज छोड़िया दूजा कौन चाहिए। बड़ा ही शुभ दिहाड़ा है। गुरपुरब गुरु 10वें पातशाह गुरु गोबिंद सिंह महाराज जी का सारी संगत सारे वर्ल्ड विच मना रही है। 10वें पातशाह ने सिੱਖੀ ਸਰੂਪ ਦਿੱਤਾ। 10वें ਪਾਤਸ਼ਾਹ ਨੇ ਕੁਰਬਾਨੀ ਦਾ ਜਜ਼ਬਾ ਭਰਿਆ। 10वें ਪਾਤਸ਼ਾਹ ਦੀ ਐਸੀ ਪਾਰ ਕਿਰਪਾ ਹੋਈ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਦਿੱਤਾ ਤੇ ਆਪਣੀ ਸੰਗਤ ਵਾਸਤੇ ਆਪਣੀ ਦੁਨੀਆ ਵਾਸਤੇ ਸਾਰਾ ਸਰਬੰਸ ਵਾਰਿਆ। ਅੱਜ ਉਹਨਾਂ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ। ਗੁਰੂ ਮਹਾਰਾਜ ਨੇ ਪਾਰ ਕਿਰਪਾ ਕੀਤੀ ਹੈ। ਗੁਰਦੁਆਰਾ 9ਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਨੇ। ਸੰਗਤ ਦੂਰੋਂ ਦੂਰੋਂ ਆ ਕੇ ਦਰਸ਼ਨ ਕਰ ਰਹੀ ਹੈ। ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗਤ ਨਕਮਸਤਕ ਹੋ ਰਹੀ ਹੈ। ਗੁਰੂ ਮਹਾਰਾਜ ਦੇ ਲੰਗਰ ਵਰਤ ਰਹੇ ਨੇ। ਸਾਨੂੰ ਸਾਰਿਆਂ ਨੂੰ ਇਸ ਦਿਨ ਦੇ ਉੱਤੇ, ਕਿਉਂਕਿ ਹੁਣੇ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਮਨਾ ਕੇ ਹਟੇ ਹਾਂ ਤੇ ਅੱਜ ਉਹਨਾਂ ਦਾ ਗੁਰਪੁਰਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਬੜੇ ਬੜੇ ਵਿਦਵਾਨਾਂ ਨੇ ਬਹੁਤ ਸੋਹਣੇ ਕੀਰਤਨ ਕੀਤੇ, ਵਿਆਖਿਆ ਕੀਤੀ, ਸੰਗਤ ਦੇ ਮਨ ਦੇ ਵਿੱਚ ਮਿਹਰ ਪਾਈ, ਸੰਗਤ ਨੂੰ ਆਸ਼ੀਰਵਾਦ ਦਿੱਤਾ। ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਅੱਜ ਪੂਰੀਆਂ ਸੇਵਾਵਾਂ ਦਿੱਤੀਆਂ ਉਹਨਾਂ ਦਾ ਧੰਨਵਾਦ। ਜਿਹੜੇ ਗੁਰੂ ਘਰ ਆਏ ਨੇ ਉਹਨਾਂ ਦਾ ਧੰਨਵਾਦ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸਿੱਖੀ ਸਰੂਪ ਦਿੱਤਾ। ਬਾਣੀ ਤੇ ਬਾਣਾ ਉਹਨਾਂ ਨੇ ਸਾਡਾ ਸਜਾਇਆ, ਕਿਉਂਕਿ ਜਿਹੜੀ ਦਸਤਾਰ ਹੈ ਅਸੀਂ ਬੰਨ੍ਹਦੇ ਨਹੀਂ, ਅਸੀਂ ਸਜਾਉਂਦੇ ਹਾਂ। ਇਹ ਸਾਰੀ ਕਿਰਪਾ ਉਹਨਾਂ ਦੀ ਹੈ ਤੇ ਇਹ ਚੀਜ਼ਾਂ ਦੇ ਉੱਤੇ ਚੱਲ ਕੇ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ ਵਰਲਡ ਲੈਵਲ 'ਤੇ ਅੱਜ ਤੁਸੀਂ ਦੇਖੋ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਜਿੰਨੇ ਵੱਡੇ ਕੰਟਰੀ ਨੇ ਉੱਥੇ ਸਿੱਖਾਂ ਦਾ ਵਾਸਾ ਵੇਖੋ, ਸਿੱਖਾਂ ਦੇ ਇਕੱਠ ਵੇਖੋ, ਸਿੱਖਾਂ ਦਾ ਪਿਆਰ ਦੇਖੋ। ਮੈਂ ਸਾਰੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ। ਇੱਥੋਂ ਦੇ ਗੁਰਸਿੱਖਾਂ ਨੂੰ ਲੱਖ ਲੱਖ ਵਧਾਈ ਦਿੰਦਾ। ਆਪਣੀਆਂ ਮਾਵਾਂ ਭੈਣਾਂ ਬੀਬੀਆਂ ਦਾ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਹ ਪ੍ਰਗਟਿਓ ਮਰਦ ਗਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਸ ਅਗੰਮੜੇ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੇ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਲੱਖ ਲੱਖ ਵਧਾਈ ਹੈ। ਅੱਜ ਦੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਪਟਨਾ ਸ਼ਹਿਰ ਦੀ ਧਰਤੀ 'ਤੇ ਉਹਨਾਂ ਨੇ ਪ੍ਰਕਾਸ਼ ਧਾਰਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਪਟਨਾ ਸਾਹਿਬ ਦੀ ਧਰਤੀ 'ਤੇ ਰਹਿਣ ਤੋਂ ਬਾਅਦ ਅਨੰਦਪੁਰ ਸਾਹਿਬ ਆ ਕੇ ਡੇਰੇ ਲਾਏ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਡੇ ਵਾਸਤੇ ਬੜੀਆਂ ਪੈੜਾਂ ਪਾਈਆਂ।
ਉਹਨਾਂ ਨੇ ਸਾਨੂੰ ਜਦ ਸਿੱਖੀ ਸਰੂਪ ਦਿੱਤਾ 1699 ਦੀ ਵਿਸਾਖੀ ਨੂੰ ਸਾਨੂੰ ਖਾਲਸਾ ਸਾਜਣਾ ਪ੍ਰਗਟ ਦਿਵਸ ਮਨਾਉਣਾ ਚਾਹੀਦਾ ਹੈ ਵੱਧ ਤੋਂ ਵੱਧ। ਉਸ ਦਿਨ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਸਰੂਪ ਵਿੱਚ ਕਿਹਾ ਜੋਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੀਜੇ ਸਿਰ ਦੀਜੇ ਕਾਣ ਨਾ ਕੀਜੇ। ਉਹਨਾਂ ਨੇ ਸਿਰ ਮੰਗਿਆ ਸੀ ਵੀ ਸਿਰ ਜਿਹੜਾ ਦੇ ਸਕਦਾ ਹੈ ਜਿਹਨੇ ਇਹ ਪ੍ਰੇਮ ਦੀ ਖੇਡ ਖੇਡਣੀ ਹੈ ਇਸ ਗਲੀ 'ਚ ਆਉਣਾ ਹੈ ਉਹ ਆਪਣਾ ਸਿਰ ਤਲੀ 'ਤੇ ਧਰ ਕੇ ਆਵੇ। ਅਤੇ ਫਿਰ ਉਦੋਂ ਜਿਨ੍ਹਾਂ ਨੇ ਸਿਰ 'ਤੇ ਇਹ ਗੱਲ ਸੁਣੀ ਸੀ ਤਲੀ ਧਰਨ ਵਾਲੀ ਉਸ ਤੋਂ ਬਾਅਦ ਫਿਰ ਇਹ 10ਵੇਂ ਜਾਮੇ ਵਿੱਚ ਉਹਨਾਂ ਨੇ ਫਿਰ ਸੀਸ ਦੀ ਮੰਗ ਕੀਤੀ। ਉਹਨਾਂ ਸਾਰੇ 5 ਗੁਰਸਿੱਖਾਂ ਨੇ ਉਸ ਵੇਲੇ ਆਪਣਾ ਸੀਸ ਅਰਪਣ ਭੇਟ ਕਰਕੇ 5 ਪਿਆਰੇ ਬਣੇ ਅਤੇ ਇਹ ਸਾਡੇ 'ਤੇ ਕਿਰਪਾ ਕੀਤੀ। ਗੁਰੂ ਪਾਤਸ਼ਾਹ ਨੇ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢ ਕੇ ਖਾਲਸਾ ਬਣਾਇਆ 5 ਕਕਾਰੀ ਵਰਦੀ ਦਿੱਤੀ ਅਤੇ ਸਾਨੂੰ ਸੱਚੇ ਪਾਤਸ਼ਾਹ 5 ਬਾਣੀਆਂ ਪੜ੍ਹਨ ਵਾਸਤੇ 5 ਬਾਣੀਆਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਵਾਸਤੇ ਉਪਦੇਸ਼ ਦਿੱਤਾ। ਅਤੇ ਅੱਜ ਅਸੀਂ ਜਿਹੜੇ ਵੀ ਨਿਤਨੇਮੀ ਹਨ ਸਿੰਘ ਜਦੋਂ 5 ਬਾਣੀਆਂ ਪੜ੍ਹ ਕੇ ਅਰਦਾਸ ਕਰਦੇ ਹਨ ਉਸ ਵੇਲੇ ਵੀ ਅਸੀਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਇਹ ਅਸੀਂ ਮੰਗਦੇ ਹਾਂ ਸਤਿਗੁਰ ਪਾਸੋਂ। ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਝੋਲੇ 'ਚ ਪਾਉਂਦੇ ਹਨ। ਸਿੱਖੀ ਬਹੁਤ ਮਹਿੰਗੀ ਹੈ। ਗੁਰੂ ਸਾਹਿਬ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਆ ਕੇ ਸਿੱਖੀ ਦੀ ਮੰਗ ਕੀਤੀ ਅਤੇ ਫਿਰ ਅਖੀਰ 'ਤੇ ਕੀਤੀ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸਭ ਤੋਂ ਵੱਡਾ ਦਾਨ ਹੈ ਨਾਮ ਦਾ। ਅਤੇ ਨਾਮ ਜਦੋਂ ਵੀ ਅਸੀਂ ਜਾਈਏ ਗੁਰੂ ਘਰ ਵਿੱਚ ਉਸ ਵੇਲੇ ਝੋਲੀ ਵਿੱਚ ਜਦੋਂ ਵੀ ਕੋਈ ਚੀਜ਼ ਮੰਗਣੀ ਹੈ ਅਸੀਂ ਹੋਰ ਚੀਜ਼ਾਂ ਨੂੰ ਛੱਡ ਕੇ ਅਗਰ ਨਾਮਦਾਨ ਮੰਗ ਲਈਏ ਸਤਿਗੁਰੂ ਨਾਮ ਦੀ ਦਾਤ ਸਾਡੀ ਝੋਲੀ 'ਚ ਪਾ ਦੇਣ ਤਾਂ ਫਿਰ ਜਿਹੜਾ ਨਾਮ ਹੈ ਨਾ ਉਹਨੂੰ ਜਪ ਕੇ ਜਦੋਂ ਤੁਸੀਂ ਨਾਮ ਜਪੋਗੇ ਫਿਰ ਜਿੰਨੀਆਂ ਵੀ ਦੁਨੀਆ ਦੀਆਂ ਚੀਜ਼ਾਂ ਤੁਸੀਂ ਮੰਗਦੇ ਉਹਦੀ ਲੋੜ ਨਹੀਂ ਪੈਣੀ। ਸਤਿਗੁਰੂ ਕਹਿੰਦੇ ਹਨ ਵੀ ਜਿਹੜੇ ਨਾਮ ਜਪਣਗੇ ਜਿਹੜੇ ਉਹਨਾਂ ਦੇ ਪਿੱਛੇ ਸਾਰੀਆਂ ਚੀਜ਼ਾਂ ਆਪਣੇ ਆਪ ਆ ਜਾਣਗੀਆਂ। ਜਿੱਥੇ ਨਾਮੀ ਦਾ ਨਾਮ ਜਪਿਆ ਜਾਏਗਾ ਉੱਥੇ ਨਾਮੀ ਕਿਰਪਾ ਕਰਕੇ ਸਾਰੇ ਤੁਹਾਡੀਆਂ ਭੁੱਖਾਂ ਤ੍ਰਿਸ਼ਨਾਵਾਂ ਮਿਟਾ ਦੇਣਗੇ। ਸੋ ਸਤਿਗੁਰ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਸਾਡੇ ਵਾਸਤੇ ਉਪਦੇਸ਼ ਬਖਸ਼ੇ ਹਨ ਉਹਨਾਂ ਨੇ ਕਿਹਾ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਪੂਜਾ ਅਕਾਲ ਕੀ। ਅਸੀਂ ਪੂਜਾ ਅਕਾਲ ਨੂੰ ਛੱਡ ਕੇ ਅਕਾਲ ਦੀਆਂ ਕਿਰਤਾਂ 'ਤੇ ਪੂਜਾ ਕਰਨ ਲੱਗ ਪੈਂਦੇ ਹਾਂ ਉਹਨਾਂ ਚੀਜ਼ਾਂ ਦੀ ਪੂਜਾ ਕਰਨ ਲੱਗੇ ਜਿਹੜੀਆਂ ਰੱਬ ਨੇ ਬਣਾਈਆਂ। ਅਸੀਂ ਰੱਬ ਨੂੰ ਛੱਡ ਦਿੰਦੇ ਹਾਂ ਇਹ ਗਲਤ ਹੈ। ਸਾਨੂੰ ਹਮੇਸ਼ਾ ਪੂਜਾ ਅਕਾਲ ਦੀ ਕਰਨੀ ਚਾਹੀਦੀ ਹੈ। ਪਰਚਾ ਸ਼ਬਦ ਦਾ ਸਾਡੇ ਕੋਈ ਦੁਬਿਧਾ ਆ ਜਾਏ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਕੋ ਆਈਏ ਕੜਾ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰੀਏ ਹੁਕਮ ਲਈਏ ਸਾਡੀਆਂ ਦੁਬਿਧਾ ਜਿਹੜੀਆਂ ਦੂਰ ਹੋ ਰਹੀਆਂ ਸਤਿਗੁਰੂ ਸਾਨੂੰ ਰਸਤਾ ਵਿਖਾਉਣਗੇ। ਅਤੇ ਇਸ ਕਰਕੇ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਗੁਰੂ ਸਾਹਿਬ ਨੂੰ ਜਦੋਂ ਗੁਰਸਿੱਖਾਂ ਨੇ ਪੁੱਛਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਕਹਿੰਦੇ ਲੜ ਲੱਗ ਜਾ ਰਹੇ ਹੋ ਅਤੇ ਸਤਿਗੁਰਾਂ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਪੱਲੇ ਲੜ ਲੱਗ ਚੱਲੇ ਹਾਂ ਜੋ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਸਤੇ ਕਿਹਾ ਸੀ ਅਤੇ ਫਿਰ ਉਹਨੇ ਕਿਹਾ ਜੀ ਦੀਦਾਰ ਕਿਸ ਤੋਂ ਵਿੱਚੋਂ ਹੋਣਗੇ ਅਤੇ ਉਹਨਾਂ ਕਿਹਾ ਜਿਹੜਾ ਪੜ੍ਹੇਗਾ ਬਾਣੀ ਉਹ ਮੇਰੇ ਨਾਲ ਗੱਲਾਂ ਵੀ ਕਰ ਸਕੇਗਾ। ਉਹ ਬਾਣੀ ਪੜ੍ਹਦਿਆਂ ਫਿਰ ਜੇ ਦਰਸ਼ਨ ਕਰਨਾ ਹੈ ਖਾਲਸੇ ਦਾ ਕਰੋ। ਕਹਿੰਦੇ ਜੀ 5 ਸਿੰਘ ਇਕੱਠੇ ਹੋਣ ਉਹਨਾਂ 'ਚ ਮੇਰੇ ਦਰਸ਼ਨ ਹੋਣਗੇ। ਕਹਿੰਦੇ 5 ਨਾ ਹੋਣਗੇ ਅਤੇ ਫਿਰ ਕਹਿੰਦੇ ਕੋਈ ਗੱਲ ਨਹੀਂ ਇੱਕ ਹੋਵੇ ਉਹਦੇ ਦਰਸ਼ਨ ਕਰ ਲਓ ਜੋ ਮੈਂ ਦਾਤ ਤੁਹਾਨੂੰ ਦਿਆਂਗਾ। ਫਿਰ ਸਤਿਗੁਰੂ ਨੂੰ ਪੁੱਛਿਆ ਗਿਆ ਵੀ ਇੱਕ ਵੀ ਨਾ ਹੋਵੇ ਅਤੇ ਸਤਿਗੁਰੂ ਨੇ ਕਿਹਾ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਤਿਆਰ ਹੋ ਗਏ 5 ਕਾਰੀ ਵਰਦੀ ਧਾਰਨ ਕਰਕੇ ਦਸਤਾਰ ਸੋਹਣੀ ਸਜਾ ਕੇ ਸ਼ੀਸ਼ੇ ਅੱਗੇ ਖੜ੍ਹੇ ਹੋ ਗਏ ਅਤੇ ਤੁਹਾਨੂੰ ਸ਼ੀਸ਼ੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਸੋ ਸਾਨੂੰ ਅੱਜ ਅਸੀਂ ਸੋਹਣੀਆਂ ਦਸਤਾਰਾਂ ਜਿਹੜੀਆਂ ਸਜਾਉਣ ਤੋਂ ਪਿੱਛੇ ਹਟਦੇ ਜਾ ਰਹੇ ਹਾਂ। ਅੱਜ ਸਾਡੇ ਬੱਚੇ ਪਤਿਤ ਹੋਣੇ ਵੱਲ ਵੱਧ ਰਹੇ ਨੇ। ਉਹਦਾ ਕਾਰਨ ਕੁਝ ਸਾਡੇ ਜਿਹੜੇ ਚੌਧਰੀ ਕੌਮ ਦੇ ਉਹ ਹਨ ਬਾਕੀ ਮਾਪੇ ਵੀ ਹਨ ਪ੍ਰਚਾਰਕ ਵੀ ਹਨ ਜਿਹੜੇ ਅਸੀਂ ਉਹ ਇਹ ਚੀਜ਼ ਨੂੰ ਬੱਚਿਆਂ ਨੂੰ ਨਹੀਂ ਸਮਝਾ ਸਕੇ ਕਿ ਇਸ ਦਸਤਾਰ ਜਿਹੜੀ ਹੈ ਕਿੰਨੀ ਕੀਮਤੀ ਹੈ ਜਿਹੜੇ ਕੇਸ ਨੇ ਕਿੰਨੇ ਕੀਮਤੀ ਨੇ। ਅੱਜ ਅਸੀਂ ਜਿਹੜੇ ਕੇਸਾਂ ਦੀ ਖਾਤਰ ਭਾਈ ਤਾਰੂ ਸਿੰਘ ਨੇ ਖੋਪੜੀ ਲਵਾ ਲਈ ਜਿਹੜੀ ਕੇਸਾਂ ਦੀ ਖਾਤਰ ਸਾਡੇ ਸਾਹਿਬਜ਼ਾਦੇ 2 ਨੀਹਾਂ ਚਿਣੇ ਗਿਆ 2 ਸ਼ਹੀਦ ਹੋ ਗਏ ਗੁਰੂ ਸਾਹਿਬ ਦੇ ਵੱਡੇ ਸਪੁੱਤਰ ਚਮਕੌਰ ਦੀ ਗੜੀ ਵਿੱਚ ਅਤੇ ਉਹਨਾਂ ਨੇ ਕਿਉਂ ਇਹ ਸਾਰਾ ਕੁਛ ਕੀਤਾ ਸਾਡੇ ਬਸ ਸੋਹਣੇ ਸਰੂਪ ਵਾਸਤੇ ਅਤੇ ਸਾਨੂੰ ਇਹ ਦਸਤਾਰ ਵਾਸਤੇ ਕੀਤਾ ਸੀ। ਪਰ ਅੱਜ ਅਸੀਂ ਭੁੱਲ ਗਏ ਉਹਨਾਂ ਨੂੰ ਉਹਨੇ ਸ਼ਹੀਦੀਆਂ ਨੂੰ। ਜੇ ਕੇਸਾਂ ਦੀ ਖਾਤਰ ਖੋਪੜੀ ਲਵਾਈ ਜਾ ਸਕਦੀ ਹੈ ਅਤੇ ਉਹ ਕੇਸ ਅੱਜ ਨਾਈਆਂ ਦੀ ਦੁਕਾਨਾਂ 'ਤੇ ਅਸੀਂ ਰੋਲ ਰਹੇ ਹਾਂ। ਇਹ ਬਹੁਤ ਮੰਦਭਾਗਾ ਸਾਡਾ ਫੈਸਲਾ ਹੈ। ਸੋ ਮੈਂ ਉਹਨਾਂ ਬੱਚਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ
ਕੇਸ ਕਤਲ ਕਰਾ ਦਿੱਤੇ ਹਨ। ਕਿਉਂਕਿ ਸਾਡੇ ਅਸੀਂ ਕੇਸ ਮੁੰਨਣ ਦੀ ਗੱਲ ਨਹੀਂ ਕਹਿੰਦੇ, ਅਸੀਂ ਕਹਿੰਦੇ ਕਤਲ। ਜਿਸ ਤਰ੍ਹਾਂ ਬੰਦੇ ਦਾ ਕਤਲ ਹੁੰਦਾ ਹੈ ਨਾ, ਉਹਦੀ ਬੜੀ ਵੱਡੀ ਸਜ਼ਾ ਹੁੰਦੀ ਹੈ। ਜਦੋਂ ਅਸੀਂ ਕੇਸਾਂ ਦਾ ਕਤਲ ਕਰਵਾਉਂਦੇ ਹਾਂ ਤਾਂ ਸਾਡਾ ਗੁਰੂ ਵੀ ਸਾਡੇ 'ਤੇ ਖੁਸ਼ ਨਹੀਂ ਹੁੰਦਾ। ਸੋ ਸਾਨੂੰ ਚਾਹੀਦਾ ਹੈ ਇੱਕ ਟੋਪੀਆਂ ਨਾ ਪਾਈਏ। ਸਾਡੇ ਬੱਚੇ ਜਿਹੜੇ ਟੋਪੀਆਂ ਪਾਉਂਦੇ ਹਨ ਉਹ ਵੀ ਗਲਤ ਹੈ। ਸਤਿਗੁਰ ਤਾਂ ਬੜਾ ਇਹਦੇ ਬਾਰੇ ਕਹਿੰਦੇ ਹਨ ਕਿ ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਜਿਹੜੇ ਲੋਕਾਂ ਦੀ ਟੋਪੀ ਹੈਗੀ ਉਹ ਪਾਉਣ, ਸਾਨੂੰ ਮਤਲਬ ਨਹੀਂ ਕਿਸੇ ਦੀ ਟੋਪੀ ਨਿੰਦਾ ਕਰਨ ਦੀ ਨਹੀਂ। ਸਾਨੂੰ ਇਹ ਸਿੱਖ ਨੂੰ ਦਸਤਾਰ ਸਜਾਉਣ ਵਾਸਤੇ ਕਿਹਾ ਹੈ, ਕੇਸਾਂ 'ਤੇ ਸੋਹਣੀ ਦਸਤਾਰ ਸਜਾਵੇ। ਗੁਰੂ ਸਾਹਿਬ ਕਹਿੰਦੇ ਹਨ ਕੇਸਾਂ 'ਚ ਕੰਘਾ ਦੋਨੋਂ ਵਕਤ ਕਰਨਾ, ਕੰਘਾ ਦੋਨੋਂ ਵਕਤ ਕਰੇ, ਪਾਗ ਚੁਣੇ ਚੁਣ ਬੰਦ ਹੀ। ਉਹ ਮੇਰੀ ਕੇਸਾਂ 'ਚ ਸਵੇਰੇ ਸ਼ਾਮ ਕੰਘਾ ਕਰਨਾ ਹੈ। ਪੱਗ ਜਿਹੜੀ ਚੁਣ ਚੁਣ ਕੇ ਬੰਨਣੀ ਹੈ, ਇਹ ਨਹੀਂ ਹੈ ਕਿ ਪੱਗ ਬੰਨੀ ਲਾਤੀ ਤੇ ਟੋਪੀ ਰੱਖ ਕੇ ਫਿਰ ਪੱਗ ਨੂੰ ਚੱਲ ਪਏ, ਉਹ ਨਹੀਂ ਹੈ। ਸਤਿਗੁਰ ਕਹਿੰਦੇ ਕਿ ਕੰਘਾ ਦੋਨੋਂ ਵਕਤ ਕਰੇ ਕਿ ਤੇ ਪਾਗ ਚੁਣੇ ਚੁਣ ਬੰਦ ਹੀ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਫਿਰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਜਿਹੜਾ ਬੰਦਾ 2 ਟਾਈਮ ਕੇਸਾਂ 'ਚ ਕੰਘਾ ਕਰਦਾ ਹੈ, ਸੋਹਣੀ ਦਸਤਾਰ ਸਿਉਂਦਾ ਹੈ, ਉਹ 'ਤੇ ਸਤਿਗੁਰ ਕਿਰਪਾ ਕਰਦੇ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਜਿਹੜੇ ਸੁਣ ਰਹੇ ਹੋ, ਗੁਰਸਿੱਖਾਂ ਵਾਸਤੇ ਇਹ ਸਤਿਗੁਰ ਦੀ ਤਕੀਦ ਹੈ ਕਿ ਇੱਕ ਤਾਂ ਆਪਣੀ ਸੋਹਣੀ ਦਸਤਾਰ ਸਜਾਣੀ ਹੈ, ਦੋਨੋਂ ਟਾਈਮ ਕੰਘਾ ਕਰਨਾ ਹੈ, ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਰ ਵੇਲੇ ਜੋ ਗੁਰਬਾਣੀ ਹੈ ਉਹਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਅਤੇ ਨਾਮ ਜਪਣਾ ਹੈ। ਜਿਹੜਾ ਇਹਨਾਂ ਗੁਰੂ ਦੇ ਉਪਦੇਸ਼ਾਂ ਨੂੰ ਕਮਾਏਗਾ ਉਹਦਾ ਲੋਕ ਸੁਖੀਆ ਪਰਲੋਕ ਸੁਹੇਲਾ ਜਾਏਗਾ। ਸਤਿਗੁਰ ਕਿਰਪਾ ਕਰਨ। ਅੱਜ ਫਿਰ ਮੈਂ ਤੁਹਾਨੂੰ ਅਖੀਰ 'ਤੇ ਉਹਨਾਂ ਦੇ ਪ੍ਰਕਾਸ਼ ਦਿਹਾੜੀ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।